प्यारी साध संगत जी, आओ सारिया संगतां रल मिलकर सतगुरु रविदास महाराज जी दी बाणी नूं विचारां दे नाल साझा पाइए। अपना ये जो जीवन है लोक सुखिए परलोक से हिले करिए। इत्थे भी उत्थे भी सब तो पहला सारिया संगतां एक मन एक चित हो के अपनी रसना नूं पवित्र करिए जी। जय गुरुदेव, धन गुरुदेव, जय भीम। सतगुरु रविदास महाराज जी बाणी दे विच फरमान करदे ने कि हर सो हीरा छड्ड के करे आन की आस, ते नर दोजक जाएंगे सत पाखे रविदास। सतगुरां दी बाणी दे नाल साझा पाइए, एहो जिहा जीवन बना लईए कि जेड़ा जदों भी इस दुनिया दे उत्तों जाइए और कुछ छड्ड के जाइए, ये हीरा जेड़ा जन्म मिलिया है इनू कौडियां दे भाव ना बेच के जाइए, इहदा ज्ञान दे नाल मुल पवा के जाइए, तां जो जिन्हां रहबरां ने जिन्हां महापुरुषां ने सानू बाणियां दे राही ये ज्ञान दिता है, उन्हां दी उपमा होवे, उन्हां दी जय जयकार होवे घर घर दे विच। इस करके सारियां संगतां एक मन एक चित हो के कांछी टीवी दे चैनल दे माध्यम राही अपने मन नूं एकाग्रता दे विच लिया के कीर्तन नूं एक मन एक चित हो के, विचारां नूं एक मन एक चित हो के सरवण करना जी। आओ सारियां संगतां सतगुरां दे बाणी दे नाल साझा पाइए जी। अज दा जो शब्द है, मुकंद मुकंद जपो संसार, बिन मुकंद तन होए औहार। आओ सारियां संगतां एक मन एक चित हो के प्यार का सबूत देना जी। कल जुग काली बदड़ी बरस रहे अंगियारी, अगर संत ना होते जगत में जल मरदा संसारी। कल जुग काली बदली वर्ष रहे अंगियार, अगर संत न होते जगत में जल मरदा संसार। क्योंकि इस कलयुगी हनेरी दे विच इन्हां संतां महापुरुषां दा आउणा, जिन्हां ने ज्ञान दे राही सारे संसार नूं ज्ञान दा रोशनी जो दित्ती, ਉਹਦੇ ਨਾਲ ਧਰਤੀ ਦੇ ਉੱਤੇ ਰਹਿਣ ਵਾਲੀਆਂ ਰੂਹਾਂ ਲਈ ਇੱਕ ਨਵਾਂ ਚਾਨਣ, ਇੱਕ ਨਵਾਂ ਨਾਂ, ਇੱਕ ਨਵੀਂ ਸਵੇਰ ਦੇਖਣ ਨੂੰ ਮਿਲੇ। अगर जेकर ये महापुरुष ये धरती दे उत्ते ना आउंदे
ਤੇ ਅੱਜ ਇਸ ਧਰਤੀ ਦੇ ਉੱਤੇ ਮਨੁੱਖਤਾ ਦਾ ਸ਼ਾਇਦ ਨਾਸ਼ ਹੋਇਆ ਹੁੰਦਾ। ਇਸ ਕਰਕੇ ਇਹਨਾਂ ਮਹਾਂਪੁਰਸ਼ਾਂ ਨੇ ਧਰਤੀ ਦੇ ਉੱਤੇ ਆ ਕੇ ਜਨਮ ਲੈ ਕੇ ਪਹਿਲਾਂ ਤੇ ਆਪ ਉਸ ਅਕਾਲ ਪੁਰਖ ਦੇ ਨਾਲ ਸਾਂਝਾਂ ਪਾਈਆਂ, ਫਿਰ ਜਦੋਂ ਸਰੀਰ ਕਰਕੇ ਇਸ ਦੁਨੀਆ ਤੋਂ ਗਏ ਔਰ ਸਰੀਰ ਕਰਕੇ ਰਹਿੰਦੇ ਹੋਏ ਵੀ ਇਸ ਦੁਨੀਆ ਦੇ ਉੱਤੇ ਉਹਨਾਂ ਨੇ ਕਰੋੜਾਂ ਹੀ ਸਰੀਰਾਂ ਨੂੰ ਉਸ ਅਕਾਲ ਪੁਰਖ ਦੇ ਨਾਲ ਜੋੜਿਆ। ਇਸ ਕਰਕੇ ਅੱਜ ਉਹਨਾਂ ਦੀਆਂ ਬਾਣੀਆਂ ਨੂੰ ਆਪਾਂ ਨਮਸਤਕ ਕਰੀਏ, ਕੋਟਨ ਕੋਟਨ ਸੀਸ ਨਿਵਾਈਏ ਕਿ ਜਿਨ੍ਹਾਂ ਨੂੰ ਅੱਜ ਪੜ੍ਹ ਕੇ ਅੱਜ ਅਸੀਂ ਆਪਣੇ ਜਨਮ ਸਫਲੇ ਕਰ ਰਹੇ ਹਾਂ, ਸੱਚ ਦਾ ਰਸਤਾ ਫੜ ਰਹੇ ਹਾਂ, ਸੱਚ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਆਓ ਸਾਰੀਆਂ ਸੰਗਤਾਂ ਇਕਾਗਰਤਾ ਦੇ ਵਿੱਚ ਪਿਆਰ ਦਾ ਸਰੂਪ ਦੇਣਾ ਜੀ। ਮੁਕੰਦ ਮੁਕੰਦ ਜਪੋ ਸੰਸਾਰੇ, ਮੁਕੰਦ ਮੁਕੰਦ ਜਪੋ ਸੰਸਾਰੇ, ਮੁਕੰਦ ਮੁਕੰਦ ਜਪੋ ਸੰਸਾਰੇ, ਮੁਕੰਦ ਮੁਕੰਦ ਜਪੋ ਸੰਸਾਰੇ। ਬਿਨ ਮੁਕੰਦੀ ਤਨ ਹੋਏ ਹਾਰੇ, ਬਿਨ ਮੁਕੰਦੀ ਤਨ ਹੋਏ ਹਾਰੇ, ਮੁਕੰਦ ਮੁਕੰਦ ਜਪੋ ਸੰਸਾਰੇ, ਮੁਕੰਦ ਮੁਕੰਦ ਜਪੋ ਸੰਸਾਰੇ। ਬਾਣੀ ਨੇ ਤਾਂ ਸਾਨੂੰ ਕਹਿ ਦਿੱਤਾ, ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਤਨ ਹੋਏ ਔਹਾਰ। ਅੱਜ ਸਮਾਂ ਮਿਲਿਆ, ਸਮੇਂ ਨੂੰ ਜਾਇਆ ਨਾ ਜਾਣ ਦੇਈਏ, ਆਪਣੀਆਂ ਰਸਨਾਂ ਨੂੰ ਮੁਕੰਦ ਨੂੰ ਕਿਸ ਤਰੀਕੇ ਨਾਲ ਯਾਦ ਕਰਨਾ ਹੈ, ਉਹ ਪਰਮਾਤਮਾ ਨੂੰ ਕਿਸ ਤਰੀਕੇ ਨਾਲ ਯਾਦ ਕਰਨਾ ਹੈ। ਜਿੱਥੇ ਅੱਜ ਮੈਂ ਵੀ ਆਪ ਜੀ ਦੇ ਨਾਲ ਸਾਂਝਾ ਪਾ ਰਿਹਾ ਹਾਂ ਔਰ ਤੁਸੀਂ ਵੀ ਸਾਰੀਆਂ ਸੰਗਤਾਂ ਇੱਕ ਮਨ ਇੱਕ ਚਿੱਤ ਹੋ ਕੇ ਇਸ ਮੁਕੰਦ ਨੂੰ, ਇਸ ਅਕਾਲ ਪੁਰਖ ਨੂੰ ਯਾਦ ਕਰੀਏ ਕਿਸ ਤਰੀਕੇ ਦੇ ਨਾਲ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਸਤਿਨਾਮ ਬੋਲੀਏ ਕਦੇ ਵੀ ਨਾ ਡੋਲੀਏ, ਸਤਿਨਾਮ ਬੋਲੀਏ ਕਦੇ
ਮੁਕੰਦੀ ਤਨ ਹੋਏ ਹਾਰ ਬਿਨ ਮੁਕੰਦੀ ਤਨ ਹੋਏ ਹਾਰ ਜਪੋ ਸੰਸਾਰ ਜਪੋ ਸੰਸਾਰ। ਸਤਿਗੁਰੂ ਰਵਿਦਾਸ ਮਹਾਰਾਜ ਇਸ ਸ਼ਬਦ ਵਿੱਚ ਸਮਝਾਉਣਾ ਕਰਦੇ ਹਨ ਕਿ ਇਹ ਸੰਸਾਰ ਦੇ ਲੋਕੋ, ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਕਰਨ ਵਾਲੇ ਪ੍ਰਮਾਤਮਾ ਦਾ, ਉਸ ਮੁਕੰਦ ਦਾ ਨਾਮ ਜਪੋ। ਉਸ ਮੁਕੰਦ ਨਾਮ ਜਪਣ ਤੋਂ ਬਿਨਾਂ ਇਹ ਮਨੁੱਖੀ ਤਨ ਵਿਅਰਥ ਚਲਾ ਜਾਂਦਾ ਹੈ। ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਸੇ ਇੱਕ ਧਰਮ ਦੀ ਗੱਲ ਨਹੀਂ ਕੀਤੀ, ਕਿਸੇ ਇੱਕ ਵਰਗ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਤਾਂ ਸਾਰੇ ਹੀ ਸੰਸਾਰ ਨੂੰ ਆਪਣਾ ਉਪਦੇਸ਼ ਸਾਂਝਾ ਕੀਤਾ। ਤਾਈਓ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਕਹਿ ਰਵਿਦਾਸ ਖਲਾਸ ਚਮਰਾ ਜੋ ਹਮ ਸਾਰੇ ਸੁਮੀਤ ਹਮਾਰਾ। ਇਸ ਬਾਣੀ ਦੇ ਵਿੱਚ ਵੀ ਸਤਿਗੁਰਾਂ ਨੇ ਇੱਕ ਖਲਾਸ ਨੇ ਵਿਚਾਰਾਂ ਦੀ ਗੱਲ ਕੀਤੀ ਕਿ ਜੋ ਜੀ ਬੇਗਮਪੁਰੇ ਦੀ ਗੱਲ ਕਰਦਾ ਹੈ, ਬੇਗਮਪੁਰੇ ਦੇ ਕਾਨੂੰਨ ਨੂੰ ਸਮਝਣ ਦੀ ਗੱਲ ਕਰਦਾ ਹੈ, ਬੇਗਮਪੁਰੇ ਦੇ ਨਾਲ ਪਿਆਰ ਕਰਦਾ ਹੈ, ਉਹ ਮੇਰਾ ਮਿੱਤਰ ਹੈ, ਉਹ ਮੇਰਾ ਦੋਸਤ ਹੈ। ਕਿਉਂਕਿ ਜਿਸ ਬੇਗਮਪੁਰੇ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਵਸਾਉਣਾ ਔਰ ਵਸਾਉਣ ਦਾ ਸੁਪਨਾ ਦੇਖਿਆ, ਉਹ ਅੱਜ ਸਾਰੀਆਂ ਸੰਗਤਾਂ, ਸਾਰਾ ਸੰਸਾਰ ਤਨ ਮਨ ਧਨ ਦੇ ਨਾਲ ਉਸ ਬੇਗਮਪੁਰੇ ਦੇ ਨਾਲ, ਉਸ ਬੇਗਮਪੁਰੇ ਨੂੰ ਵਸਾਉਣ ਲਈ, ਦੇਖਣ ਲਈ ਤਤਪਰ ਹੋਇਆ ਪਿਆ ਹੈ। ਇਸ ਕਰਕੇ ਸਤ ਸੰਗਿਓ, ਪਹਿਲਾਂ ਤਾਂ ਸਾਨੂੰ ਉਸ ਮੁਕੰਦ ਦੇ ਨਾਲ, ਉਸ ਰਹਿਬਰ ਦੇ ਨਾਲ, ਉਸ ਅਕਾਲ ਪੁਰਖ ਦੇ ਨਾਲ ਗੱਲਾਂ ਕਰੀਏ, ਵਿਚਾਰਾਂ ਕਰੀਏ, ਤਾਂ ਜੋ ਸਾਡਾ ਇਹ ਜੋ ਸਰੀਰ ਹੈ ਇਹ ਖਾਲਸ ਹੋ ਸਕੇ। ਕਿਉਂਕਿ ਜਿੰਨਾ ਚਿਰ ਇਹ ਖਲਾਸ ਨਹੀਂ ਹੋਵੇਗਾ, ਇਹ ਖਾਲਸ ਨਹੀਂ ਹੋਵੇਗਾ, ਇਹ ਸਾਡਾ ਮਨ ਸ਼ੁੱਧ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇੱਥੇ ਮੁਕੰਦ ਦੀ ਗੱਲ ਕੀਤੀ ਹੈ ਕਿ ਪਹਿਲਾਂ ਅਸੀਂ ਉਸ ਮਾਲਕ ਨੂੰ ਜਾਣੀਏ, ਉਹ ਕਿੱਥੇ ਵਸਦਾ ਹੈ, ਕਿੱਥੋਂ ਆਉਂਦਾ ਹੈ, ਕਿੱਥੇ ਜਾਣਾ ਹੈ। ਕਿਉਂਕਿ ਸਾਨੂੰ ਉਸ ਮੁਕੰਦ ਨੂੰ ਟੋਲਣ ਵਾਸਤੇ, ਲੱਭਣ ਵਾਸਤੇ ਪਹਾੜਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ, ਤੀਰਥਾਂ ਤੇ ਨਹੀਂ ਜਾਣਾ ਚਾਹੀਦਾ,
ਸਾਨੂੰ ਉਸ ਮਕੰਦ ਨੂੰ ਆਪਣੇ ਇਸ ਸਰੀਰ ਦੇ ਵਿੱਚੋਂ ਹੀ ਖੋਜਣਾ ਚਾਹੀਦਾ ਹੈ, ਕਿਉਂਕਿ ਜਦੋਂ ਗੱਲ ਆਉਂਦੀ ਹੈ ਸਰੀਰ ਦੇ ਵਿੱਚੋਂ ਖੋਜਣ ਦੀ, ਇੱਥੇ ਮਹਾਂਪੁਰਸ਼ ਸੰਤ ਪੀਪਾ ਜੀ ਨੇ ਗੱਲ ਕਹੀ ਹੈ ਕਿ ਨਾ ਕਿਛ ਆਇਬੋ ना किछ जाइबो, राम की दोहाई, जो ब्रह्मंडे सोई पिंडे, जो खोजे सो पावे। इस करके सत्संगियों कोशिश करिए कि उस मकंद नूं अपने इस शरीर दे विचों पहला मकंद नूं खोजण दा तरीका की है। मैं मेरी नूं मार के निकी करके खोटे, मैं मेरी नूं मार के निकी करके खोटे, मैं मेरी नूं मार के निकी करके खोटे, मैं मेरी नूं मार के निकी करके खोटे। पैख जाने नाम दे, पैख जाने नीवा होके लौट, नीवा होके लौट, नीवा होके लौट, नीवा होके लौट। मैं मेरी नूं मार के, मैं मेरी नूं मार के, सतनाम वाहिगुरू, सतनाम वाहिगुरू, सतनाम वाहिगुरू, सतनाम वाहिगुरू। मुक्त का दाता, सोई मुकंद हमरा पित माता, सोई मुकंद हमरा पित माता। समझौना करते हैं कि वो जो काल पुरख है, वो जो मुकंद है, वो मुक्ति का दाता है। वो सानू एक वधिया ज्ञान देन वाला अकाल पुरख है। वो परमात्मा
साडा पिता भी है, साडा माता भी है। इस करके सानू हमेशा उन्हां दी बाणी पढ़ के बाणी दा सत्कार करना चाहिए। आओ किस तरीके जीवत मुकंदे मरत मुकंदे, जीवत मुकंदे मरत मुकंदे, ताके सेवक को सदा आनंद, ताके सेवक को सदा आनंद। जपो संसारी, जपो संसारी। जीवत मुकंदे मरत मुकंदे, ताके सेवक सदा आनंदे। सतगुरु दास महाराज जी फरमान करते हैं कि जेड़ा इंसान जिउंदियां होइयां सारी उम्र परमात्मा दे प्रेमा भक्ति दे नाल जुड़िया रहता है, तां उस सेवक दे, उस प्रेमी दे जिंदगी दे विच सदा ही आनंद बने रहंदे हैं। वो इंसान जिउंदियां जी ही मुक्ति दा मार्ग लभ लैंदा है। जिस तरीके दे नाल बड़ी फरमान करदी है, गल आनंद दी आई है कि जीवत मुकंदे मरत मुकंदे, ताके सेवक सदा आनंद। आनंद दी गल जदों आई है, इत्थे सतगुरां ने तीसरी पातशाही सतगुरु अमरदास जी बाणी दे विच लिखदे ने, आनंद पिया मेरी माए, सतगुरु मैं पाया, सतगुरु तां पाया सहज सिद्धि, मन वजियां वधाइयां, राग रतन परवार परियां, शब्द गावन आईयां, शब्द तां गावो हरि केरा, मन जिनी बसाया, कहे नानक आनंद हुआ, सतगुरु ने पाया। जिन्हां दे मन दे अंदर सदा आनंद बने रहंदे ने, उस मकंद नूं, उस सतगुरु नूं वो पा लैंदे ने। वो फिर यही गल कहंदे ने कि नंद पिया मेरी माए, सतगुरु ने पाया। कि मैं उस सतगुरु नूं, उस मकंद नूं, उस अकाल पुरख नूं
ਉਸ ਪਾਰ ਬ੍ਰਹਮ ਨੂੰ ਆਪਣੇ ਸਰੀਰ ਦੇ ਅੰਦਰ ਲੱਭ ਲਿਆ ਹੈ। ਇਸ ਕਰਕੇ ਸਤਸੰਗੀਓ, ਉਹ ਇਨਸਾਨ ਰਾਗ ਗਾਉਂਦੇ ਨੇ, ਮਾਲਕ ਦੀ ਉਸਤਤ ਕਰਦੇ ਨੇ। ਉਹਨਾਂ ਦੀ ਉਸਤਤ ਦੇ ਵਿੱਚ ਪਰੀਆਂ ਗੀਤ ਗਾਉਂਦੀਆਂ ਨੇ, ਜਿਹੜੇ ਉਸ ਮਾਲਕ ਦੇ ਸ਼ਬਦਾਂ ਦੇ ਨਾਲ ਹਮੇਸ਼ਾ ਆਪਣਾ ਪਿਆਰ, ਬਾਣੀ ਦੇ ਨਾਲ ਆਪਣਾ ਪਿਆਰ, ਸੰਗਤਾਂ ਦੇ ਨਾਲ ਆਪਣਾ ਪਿਆਰ ਬਣਾਈ ਰੱਖਦੇ ਨੇ। ਉਹਨਾਂ ਦੇ ਮਨ ਦੇ ਅੰਦਰ ਉਹ ਅਕਾਲ ਪੁਰਖ, ਉਹ ਮੁਕਤੀ ਦਾ ਦਾਤਾ ਆਪ ਹਮੇਸ਼ਾ ਆ ਕੇ ਵਾਸਾ ਕਰਦਾ ਹੈ। ਇਸ ਕਰਕੇ ਸਤਸੰਗੀਓ, ਸਾਨੂੰ ਵੀ ਚਾਹੀਦਾ ਹੈ ਕਿ ਹਮੇਸ਼ਾ ਬਾਣੀ ਨੂੰ ਪੜ੍ਹ ਕੇ ਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲੀਏ ਕਿ ਸਾਡੀ ਜ਼ਿੰਦਗੀ ਉਹਨਾਂ ਮਾਰਗਾਂ ਦੇ ਉੱਤੇ ਚੱਲਣਾ ਸ਼ੁਰੂ ਕਰ ਦੇਵੇ, ਜਿਨ੍ਹਾਂ ਮਾਰਗਾਂ ਦੇ ਉੱਤੇ ਸਾਡੇ ਮਹਾਂਪੁਰਸ਼ਾਂ ਨੇ ਬਾਣੀਆਂ ਦੇ ਵਿੱਚ ਸਾਨੂੰ ਬਾਰ-ਬਾਰ ਇਸ਼ਾਰੇ ਕਰਕੇ ਸਾਨੂੰ ਠੋਕਰਾਂ ਮਾਰ ਕੇ ਗਏ ਨੇ ਕਿ ਸੰਸਾਰ ਦੇ ਲੋਕੋ, ਐਵੇਂ ਅਗਿਆਨਤਾ ਦੇ ਵਿੱਚ ਨਾ ਘੁੰਮੋ। ਜੇਕਰ ਮਾਲਕ ਨੂੰ ਮਿਲਣਾ ਹੈ ਤੇ ਆਪਣੇ ਘਰ ਦੇ ਵਿੱਚ ਬੈਠ ਕੇ ਹੀ, ਆਪਣੇ ਘਰ ਦੇ ਮੰਦਿਰ ਦੇ ਵਿੱਚ ਬੈਠ ਕੇ ਹੀ ਉਸ ਮਾਲਕ ਦੇ ਆਪਾਂ ਦਰਸ਼ਨ ਕਰ ਸਕਦੇ ਹਾਂ। ਆਓ ਕਿਸ ਤਰੀਕੇ ਨਾਲ ਅਗਲੀਆਂ ਪੰਕਤੀਆਂ ਵਿੱਚ ਜਪ ਮੁਕੰਦ ਮਸਤਕ ਨਿਸ਼ਾਨ। ਇੱਥੇ ਸਤਿਗੁਰੂ ਅਰਦਾਸ ਮਹਾਰਾਜ ਜੀ ਇਹਨਾਂ ਪੰਕਤੀਆਂ ਦੇ ਵਿੱਚ ਸਮਝਾਉਣਾ ਕਰਦੇ ਨੇ ਕਿ ਉਹ ਜੋ ਪਰਮਾਤਮਾ ਹੈ ਉਹ ਸਾਡੇ ਸਵਾਸਾਂ ਦਾ ਮਾਲਕ ਹੈ ਅਤੇ ਉਸਨੇ ਮੇਰੇ ਮੱਥੇ ਦੇ ਭਾਗ ਨੂੰ ਜਗਾ ਦਿੱਤਾ ਹੈ। ਬਾਣੀ ਕਹਿੰਦੀ ਹੈ ਜਦੋਂ ਮੱਥੇ ਦੇ ਭਾਗ ਇਨਸਾਨ ਦੇ ਜਾਗ ਜਾਣ, ਕਿਹੜੇ ਰਸਤੇ ਤੇ ਜਾਗਣ,
ਕਿਹੜੇ ਗਿਆਨ ਦੇ ਵਿੱਚ ਜਾਗਣ? ਉਹ ਮਾਲਕ ਦੀ ਯਾਦ ਦੇ ਵਿੱਚ। ਜਦੋਂ ਮਾਲਕ ਦੀ ਯਾਦ ਦੇ ਵਿੱਚ ਭਾਗ ਜਾਗਦੇ ਨੇ, ਉਹ ਰੂਹ ਹਮੇਸ਼ਾ ਇਹ ਕਹਿੰਦੀ ਹੈ, ਹਮ ਘਰ ਸਾਜਨ ਆਏ, ਸਾਚੇ ਮੇਲ ਮਿਲਵਾਏ। ਉਹ ਹਮੇਸ਼ਾ ਉਹ ਸੱਜਣਾ ਨੂੰ, ਉਹਨਾਂ ਮਾਲਕਾਂ ਨੂੰ, ਉਸ ਮਕੰਦ ਦੀਆਂ ਰਾਹਾਂ ਨੂੰ ਤੱਕਦੀ ਹੈ, ਕਿਉਂਕਿ ਰੂਹ ਹੈ। ਕਿਉਂਕਿ ਜਿਹੜੇ ਹੱਥ, ਜਿਹੜੇ ਪੈਰ, ਜਿਹੜੀਆਂ ਸਾਡੀਆਂ ਅੱਖਾਂ, ਜਿਹੜੇ ਸਾਡੇ ਕੰਨ, ਜਿਹੜੀ ਸਾਡੀ ਜੀਭ ਰਸਨਾ ਉਸ ਮਾਲਕ ਦੀ ਉਸਤਤ ਦੇ ਵਿੱਚ ਤਤਪਰ ਨਹੀਂ ਹੁੰਦੀ, ਪਿਆਰ ਨਹੀਂ ਹੁੰਦੀ, ਉਹਨਾਂ ਅੱਖਾਂ ਦਾ ਵੀ ਕੀ ਕਰਨਾ ਹੈ, ਜਿਹੜੀਆਂ ਮਾਲਕ ਦੇ ਦਰਸ਼ਨ ਨੂੰ ਨਹੀਂ ਲੋਚਦੀਆਂ, ਜਿਹੜੇ ਹੱਥ ਉਹ ਮਾਲਕ ਵੱਲ ਦੀ ਉਸਤਤ ਦੇ ਵਿੱਚ ਨਹੀਂ ਜਾਂਦੇ, ਉਹ ਵਿਚਾਰ ਕੀ ਕਰਨੇ ਜਿਹੜੇ ਉਹ ਮਾਲਕ ਦੀ ਉਸਤਤ ਨਾ ਕਰਨ, ਉਹ ਗਿਆਨ ਦਾ ਕੀ ਕਰਨਾ। ਇਸ ਕਰਕੇ ਇਹ ਸਾਡੇ ਜਿਹੜੇ ਪ੍ਰਾਣ ਨੇ, ਉਹ ਮਾਲਕ ਦੇ ਦਿੱਤੇ ਹੋਏ ਸਵਾਸ ਨੇ, ਉਹ ਮਾਲਕ ਆਪ ਖੁਦ ਇਹਨਾਂ ਪ੍ਰਾਣਾਂ ਦੇ ਵਿੱਚ ਆਪ ਵਸਾ ਕਰ ਰਿਹਾ ਹੈ। ਇਸ ਕਰਕੇ ਸਤ ਸੰਗਿਓ, ਸਾਨੂੰ ਹਮੇਸ਼ਾ ਮਾਲਕ ਦੀ ਰਜ਼ਾ ਦੇ ਵਿੱਚ, ਮਾਲਕ ਦੀ ਉਸਤਤ ਦੇ ਵਿੱਚ, ਮਾਲਕ ਦੀ ਯਾਦ ਦੇ ਵਿੱਚ ਹਮੇਸ਼ਾ ਆਪਣਾ ਗਿਆਨ, ਆਪਣਾ ਧਿਆਨ ਉਸ ਮਾਲਕ ਦੇ ਚਰਨਾਂ ਦੇ ਵਿੱਚ ਲਗਾ ਕੇ ਰੱਖਣਾ ਚਾਹੀਦਾ ਹੈ। ਸਤਸੰਗੀਓ, ਆਓ ਅਗਲੀਆਂ ਪਾਠਾਂ ਦੇ ਨਾਲ ਜੁੜਦੇ ਹਾਂ। सेब मुकंद करे बैरागी, सेब मुकंद करे बैरागी, सोई मुकंद दुर्बल तन लादी, सोई मुकंद दुर्बल तन लादी, मुकंद मुकंद जपो संसारे, मुकंद मुकंद जपो संसारे, बिन मुकंदे तन होए ओहारे, बिन मुकंदे तन होए ओहारे, मुकंद मुकंद जपो संसारे। सेब मुकंद करे बैरागी, सोई मुकंद दुर्बल तन लागी। सतगुरु दास महाराज जी ਸਾਨੂੰ ਸਮਝਾਉਣਾ ਕਰਦੇ ਹਨ ਕਿ ਜਦੋਂ ਇਨਸਾਨ ਪਰਮਾਤਮਾ ਨੂੰ ਯਾਦ ਕਰਦਾ ਹੈ,
ਬਾਣੀ ਦੇ ਰਾਹੀਂ ਪ੍ਰਮਾਤਮਾ ਦੀ ਖੋਜ ਕਰਦਾ ਹੈ, ਉਹ ਇਨਸਾਨ ਫਿਰ ਵਿਰਾਗੀ ਬਣ ਜਾਂਦਾ ਹੈ। ਉਹਦੇ ਅੰਦਰ ਵਿਰਾਗ ਜਾਗ ਪੈਂਦਾ ਹੈ। ਕਾਹਦੇ ਲਈ? ਉਹ ਮਾਲਕ ਨੂੰ ਮਿਲਣ ਦੇ ਲਈ, ਮਾਲਕ ਦੇ ਨਾਲ ਪਿਆਰ ਕਰਨ ਦੇ ਲਈ। ਜਦੋਂ ਵਿਰਾਗ ਜਾਗ ਪੈਂਦਾ ਹੈ ਤੇ ਉਸ ਇਨਸਾਨ ਨੂੰ ਉਸ ਪ੍ਰਭੂ ਦਾ ਜੋ ਨਾਮ ਧਨ ਹੈ ਉਹ ਲੱਭ ਪੈਂਦਾ ਹੈ। ਇਸ ਨਾਮ ਧਨ ਨੂੰ ਲੱਭਣ ਲਈ ਜਿੰਨਾ ਚਿਰ ਇਨਸਾਨ ਵਿਰਾਗੀ ਨਹੀਂ ਬਣਦਾ, ਕਿਉਂਕਿ ਜਦੋਂ ਕੋਈ ਵੀ ਕੰਮ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਹੋਵੇ, ਜਦੋਂ ਤੱਕ ਉਹ ਲਗਨ ਦੇ ਨਾਲ ਨਹੀਂ ਉਸ ਕੰਮ ਨੂੰ ਕਰੇਗਾ, ਉਸ ਦੇ ਕੰਮ ਦੇ ਵਿੱਚ ਹਮੇਸ਼ਾ ਔਕੜਾਂ ਆਉਂਦੀਆਂ ਰਹਿੰਦੀਆਂ ਨੇ। ਜਦੋਂ ਇਨਸਾਨ ਮਨ ਕਰਕੇ, ਸਰੀਰ ਕਰਕੇ ਵਿਰਾਗੀ ਬਣਦਾ ਹੈ, ਉਹਨੂੰ ਯਾਦ ਕਰਦਾ ਹੈ, ਉਹਦੀ ਉਸਤਤ ਕਰਦਾ ਹੈ, ਉਹਦੇ ਗੁਣ ਗਾਉਂਦਾ ਹੈ, ਕੰਮ ਕਰਦਾ ਹੈ। ਜਿੱਦਾਂ ਕਹਿੰਦੇ ਨੇ ਸ਼ਾਇਰ ਨੇ ਲਿਖਿਆ ਨੇ, ਹੱਥ ਕਾਰ ਵੱਲ ਚਿੱਤ ਕਰਤਾਰ ਵੱਲ। ਜਿਹੜੀ ਰੂਹਾਂ ਕੰਮ ਕਰਦੀਆਂ ਹੋਈਆਂ ਵੀ ਆਪਣਾ ਜਿਹੜਾ ਚਿੱਤ ਹੈ, ਆਪਣਾ ਮਨ ਹੈ, ਉਹ ਕਰਤਾਰ ਦੇ ਨਾਲ ਜੋੜ ਕੇ ਰੱਖਦੀਆਂ ਨੇ। ਤੇ ਕਰਤਾਰ ਉਹ ਮਾਲਿਕ, ਉਹ ਮੁਕੰਦ ਆਪਣੇ ਬੱਚਿਆਂ ਨੂੰ ਕਦੀ ਵੀ ਨਿਰਾਸ਼ ਨਹੀਂ ਕਰਦਾ, ਕਦੀ ਨਿਰਾਸ਼ ਨਹੀਂ ਹੋਣ ਦਿੰਦਾ। ਇਸ ਕਰਕੇ ਸਤਸੰਗਿਓ, ਇਹ ਜੋ ਵਿਚਾਰਾਂ ਨੇ, ਇਹ ਜੋ ਬਾਣੀ ਹੈ, ਉਹ ਮਾਲਕ ਨੇ ਮੁਕੰਦ ਦੇ ਰਸਤੇ ਵੱਲ ਜਾਂਦੀ ਹੈ। ਉਹ ਰਾਹ ਹਮੇਸ਼ਾ ਹੀ ਹਰ ਇੱਕ ਰੂਹ ਲਈ, ਹਰ ਇੱਕ ਜੀਵ ਲਈ ਆਪਣੀਆਂ ਰਾਹਾਂ ਤੱਕਦੀ ਹੈ। ਉਹਨਾਂ ਰਾਹਾਂ ਤੇ ਜਾਣ ਲਈ ਬਸ ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਜਦੋਂ ਇਨਸਾਨ ਉਹ ਕੋਸ਼ਿਸ਼ ਕਰ ਲੈਂਦਾ ਹੈ, ਬਸ ਇਹ ਸਮਝ ਲੈਣਾ ਚਾਹੀਦਾ ਹੈ, ਜਿਸ ਘਰ ਦੇ ਵਿੱਚ ਅਸੀਂ ਰਹਿੰਦੇ ਹਾਂ, ਉਸ ਮੁਕੰਦ ਦਾ ਦਰਵਾਜ਼ਾ ਵੀ, ਸਾਡੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਵਾਲਾ ਦਰਵਾਜ਼ਾ ਵੀ ਉਸ ਮੁਕੰਦ ਦਾ ਹੀ ਹੈ। ਸਾਨੂੰ ਜ਼ਿਆਦਾ ਉਸ ਮੁਕੰਦ ਨੂੰ ਦੂਰੋਂ ਲੱਭਣ ਨਹੀਂ ਜਾਣਾ ਪਵੇਗਾ। ਉਹ ਮੁਕੰਦ ਨੂੰ ਅਸੀਂ ਆਪਣੇ ਘਰ ਦੇ ਇਸ ਸਰੀਰ ਦਾ ਜਿਹੜਾ ਦਰਵਾਜ਼ਾ ਸਾਡਾ, ਉਹ ਸਾਹਮਣੇ ਦਰਵਾਜ਼ਾ ਉਸ ਮੁਕੰਦ ਦਾ ਹੈ, ਉਸ ਮਾਲਕ ਦਾ ਹੈ, ਉਸ ਪਾਰ ਬ੍ਰਹਮ ਦਾ ਹੈ। ਸਤਸੰਗਿਓ, ਸਮੇਂ ਨੂੰ ਨਾ ਜਾਇਆ ਜਾਣ ਦੇਈਏ, ਕਿਉਂਕਿ ਇਹ ਸਮਾਂ ਵਾਰ-ਵਾਰ ਨਹੀਂ ਮਿਲਣਾ। ਆਓ ਅਗਲੀਆਂ ਪੰਕਤੀਆਂ ਦੇ ਨਾਲ, ਸਤਿਗੁਰਾਂ ਦੀ ਬਾਣੀ ਦੇ ਨਾਲ ਸਾਂਝਾ ਹੁੰਦੇ ਹਾਂ।
एक मुकंदे करे उपकार, एक मुकंदे करे उपकार, हमरा कहाँ करे संसार, हमरा कहाँ करे संसार, जपो संसार, जपो संसार, साथे नाम वाहिगुरू, साथे नाम वाहिगुरू, साथे नाम वाहिगुरू, साथे नाम कहिए सदा सुखी रहिए, वाहिगुरू बोलिए कਦੇ भी न डोलिए, साथे नाम कहिए सदा सुखी रहिए, साथे नाम कहिए सदा सुखी रहिए, वाहिगुरू बोलिए कਦੇ भी न डोलिए, साथे नाम वाहिगुरू, साथे नाम वाहिगुरू, वाहिगुरू करी उपकार, हमरा कहाँ करे संसार। सतगुरु दास महाराज बाणी ਦੇ ਵਿੱਚ ਸਮਝਾਉਂਦੇ ਹਨ ਕਿ ਉਸ ਮੁਕੰਦ ਪ੍ਰਮਾਤਮਾ ਨੇ ਮੇਰੇ ਉੱਤੇ ਉਪਕਾਰ ਕੀਤਾ ਹੈ, ਇਸ ਲਈ ਸੰਸਾਰ ਦੇ ਲੋਕ मेरा कुछ भी बिगाड़ नहीं सकते। इस करके सत संगियो जो भी सानू मिलना है सतगुरां दे चरनां दे विच ही मिलना है जी।
ਜਦੋਂ ਇਨਸਾਨ ਆਪਣਾ ਆਪ ਜਾਤਾਂ ਪਾਤਾਂ ਦੇ ਵਿਤਕਰੇ ਤੋਂ ਖਤਮ ਕਰ ਦਿੰਦਾ ਹੈ, ਜਾਤਾਂ ਪਾਤਾਂ ਦੇ ਵਿਤਕਰਿਆਂ ਨੂੰ ਖਤਮ ਕਰ ਦਿੰਦਾ ਹੈ, ਉਹ ਪਰਮਾਤਮਾ ਦੇ ਘਰ ਦਾ ਵਸਨੀਕ ਬਣ ਜਾਂਦਾ ਹੈ। ਤੁਸੀਂ ਪਰਮਾਤਮਾ ਜੀ ਸੰਸਾਰ ਦੇ ਜੀਵਾਂ ਨੂੰ ਜੁਗਾਂ ਜੁਗੰਤਰਾਂ ਤੋਂ ਤਾਰਨ ਵਾਲੇ ਹੋ, ਕਿਉਂਕਿ ਹੈ ਸੱਚੇ ਪਾਤਸ਼ਾਹ, ਤੂੰ ਹੀ ਮੇਰਾ ਪਿਤਾ, ਤੂੰ ਹੀ ਮੇਰੀ ਮਾਤਾ, तुझ बिन अवर नाही तो मेरा, तुमरी कृपा ते जपिए नाम, तुमरी कृपा ते हर गुण गाए। सच्चे पातशाह, तू ही मेरा पिता है, तू ही मेरी माता है, तेरे तो बिना मेरा इस संसार के विच कोई नहीं है। अगर जेकर तेरी कृपा हो जाती है, पिघला भी पर्वत चढ़ जाता है। अगर जे गूंगे दे भी कुत्ते को बख्शिश कर दे, गूंगे को भी तुम बख्शिश कर दे, वो तेरी ज्ञान के नाल जुड़ जाता है, उसमें सोची आ जाती है। इस करके मालिक जी दासां दी भी संगतां दे भी आप दे चरणों दे विच बेनतियां ने, जो जड़ियां ने इन्हां नूं प्रवान कर लेना, क्योंकि मैं सुनिया है आप जी दे दर पे जो जी आवे सो राजी जाता है। सच्चे पातशाह, इन्हां नमाणियां दे हाथ ते भी अपना मेह भरिया हथ हमेशा बनाई रखना। सतगुरु दास महाराज इत्थे सानू समझाना करते हैं कि जिस वेले इंसान के हिरदे विच प्रभु दे ज्ञान का प्रकाश होता है, परमात्मा आप कृपा करके कीड़े वर्गे जीवां नूं भी अपना दास बना लेंदा है। इत्थे सतगुरां दी पुस्तक दे विच उस ने कहंदी
के जप मुकंद सेवा तां इत्थे बाणी दे विच सतगुरां ने सवाल कीता कि मैं उस मुकंद दा उस पार ब्रह्म दा सिमरन हमेशा करदा हां। परमात्मा दे सिमरन अते सेवा सदका मेरियां सब तृष्णावां बुझ गईयां। सत्संगियो, अज आपां भी मालक दे चरनां दे विच अपणियां जो तृष्णावां ने उन्हां नूं बुझा के अपने मार्ग दे जीवन दे मार्ग दे विच एक नवां पैंतरा, एक नवीं जिंदगी शुरुआत करनी है जी। किस तरीके गुरु की प्यारी साध संगत जी, बाणी पढ़ते हैं, विचार करते हैं, अनेकां तरह दी गलतियां हो जाती ने, माफ कर देना। जय गुरुदेव, धन गुरु।